ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਲਖਵਿੰਦਰ ਲੱਕੀ ਅਤੇ ਤੁਸੀਂ ਦੇਖ ਰਹੇ ਹੋ ਫਾਸਟਵੇ ਨਿਊਜ਼। ਪੰਜਾਬ ਸਰਕਾਰ ਹਰ ਸਾਲ ਜਿਹੜੇ ਹੈਗੇ ਬਜਟ ਪੇਸ਼ ਕਰਦੀ ਹੈ ਹੈਲਥ ਸਿਸਟਮ ਤੇ ਔਰ ਦਾਅਵੇ ਵੱਡੇ ਵੱਡੇ ਕੀਤੇ ਜਾਂਦੇ ਨੇ ਕਿ ਹੈਲਥ ਸਿਸਟਮ ਨੂੰ ਪੂਰੀ ਤਰ੍ਹਾਂ ਸੁਧਾਰਿਆ ਜਾਵੇਗਾ। ਹਰ ਸਰਕਾਰ ਜਿਹੜੀ ਹੈਗੀ ਆ ਸੱਤਾ 'ਚ ਆਉਣ ਤੋਂ ਪਹਿਲਾਂ ਜਾਂ ਸੱਤਾ 'ਚ ਆਉਂਦੇ ਹੀ ਜਿਹੜੇ ਦਾਅਵੇ ਕਰਦੀ ਹੈ ਕਿ ਹੈਲਥ ਸਿਸਟਮ ਬਹੁਤ ਵਧੀਆ ਕੀਤਾ ਜਾਵੇਗਾ ਸਾਡੀ ਸਟੇਟ ਦਾ। ਖੰਨਾ ਦੇ ਸਿਵਲ ਹਸਪੀਟਲ 'ਚ ਖੜ੍ਹੇ ਹਾਂ, ਉੱਥੇ ਕੀ ਕਮੀਆਂ ਪਾਈਆਂ ਜਾਂਦੀਆਂ ਨੇ ਹੈਲਥ ਸਿਸਟਮ ਨੂੰ ਲੈ ਕੇ, ਕੀ ਜਿਹੜੀ ਹੈਗੀ ਹੈ ਮਰੀਜ਼ਾਂ ਨੂੰ ਕਿੱਦਾਂ ਦੀਆਂ ਦਿੱਕਤਾਂ ਆਉਂਦੀਆਂ ਨੇ, ਉਹਦੇ ਲਈ ਅਸੀਂ ਗੱਲਬਾਤ ਕਰਾਂਗੇ। ਅਵਤਾਰ ਸਿੰਘ ਢਿੱਲੋਂ ਇੱਥੇ ਮੌਜੂਦ ਨੇ, ਸਮਾਜ ਸੇਵੀ ਵੀ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਕਿੱਦਾਂ ਦਾ ਜਿਹੜਾ ਹੈਗਾ ਹੈਲਥ ਸਿਸਟਮ ਹੋਣਾ ਚਾਹੀਦਾ। ਅਵਤਾਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫਾਸਟਵੇ ਨਿਊਜ਼ 'ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ। ਅਵਤਾਰ ਸਿੰਘ ਜੀ, ਅਕਸਰ ਮਰੀਜ਼ ਇੱਥੇ ਆਉਂਦੇ ਨੇ ਜਿਹੜੀ ਹੈਗੀ ਹੈ ਸਿਹਤ ਸਹੂਲਤਾਂ ਨੂੰ ਲੈ ਕੇ, ਲੇਕਿਨ ਜਿਹੜੀ ਦਵਾਈਆਂ ਬਾਹਰੋਂ ਲਿਖੀਆਂ ਜਾਂਦੀਆਂ, ਟੈਸਟ ਜਿਹੜੇ ਹੁੰਦੇ ਨੇ ਵੱਡੇ ਵੱਡੇ, ਉਹ ਵੀ ਬਾਹਰੋਂ ਉਹਨਾਂ ਨੂੰ ਭੇਜਿਆ ਜਾਂਦਾ। ਕੀ ਲੱਗਦਾ ਕਿੱਦਾਂ ਦਾ ਸਿਸਟਮ ਹੋਣਾ ਚਾਹੀਦਾ ਹੈਲਥ ਸਿਸਟਮ? ਜਿਹੜਾ ਹੈਲਥ ਸਿਸਟਮ ਇੱਕ ਜਿਹੜਾ ਸਾਡੀ ਬੇਸਿਕ ਨੀਡ ਆ, ਜਿਹੜੀ ਉਹ ਹੈਲਥ ਆ, 75 ਸਾਲ ਤੋਂ ਇਹ ਜਿਹੜੀ ਬਿਹਤਰ ਹੋ ਹੀ ਨਹੀਂ ਪਈ। ਸਰਕਾਰਾਂ ਨਕੰਮੀਆਂ ਰਹੀਆਂ, ਨਾਕਾਮ ਰਹੀਆਂ। ਇਹਨੂੰ ਬਜਟ ਆਏ ਸਾਲ ਜਾਂ ਆਏ ਸੈਸ਼ਨ 'ਚ ਵੱਧਦੇ ਰਹਿੰਦੇ ਨੇ, ਬਜਟ ਵਧਾਏ ਜਾਂਦੇ ਨੇ, ਪਰ ਉਹਨਾਂ 'ਤੇ ਕੰਮ ਕਿੰਨਾ ਕੁ ਕੀਤਾ ਜਾਂਦਾ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਹੀ ਆ। ਤੁਹਾਨੂੰ ਮੈਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਆਪਾਂ ਕਦੇ ਨਾ ਕਦੇ ਤਾਂ ਸਿਵਲ ਹਸਪਤਾਲ ਆਉਣੇ ਹੀ ਆ। ਆਪਾਂ ਨਹੀਂ ਆਪਣਾ ਕੋਈ ਰਿਲੇਟਿਵ ਉਹਦੇ 'ਚ ਉਹ ਪਰਦਾ ਜਿਹੜਾ ਉਹ ਖੁੱਲ੍ਹ ਜਾਂਦਾ। ਜਿੱਦਾਂ ਤੁਸੀਂ ਗੱਲ ਕੀਤੀ ਸਿਹਤ ਸਹੂਲਤਾਂ, ਪਹਿਲਾਂ ਆਪਾਂ ਗੱਲ ਕਰ ਲਈਏ ਡਾਕਟਰ ਸਿਟਿੰਗ ਦੀ। ਡਾਕਟਰ ਸਾਹਿਬ ਵੈਕੈਂਸੀਆਂ, ਪਹਿਲਾਂ ਤਾਂ ਵੈਕੈਂਸੀਆਂ ਨਹੀਂ ਪੂਰੀਆਂ, ਫਿਰ ਜਿਹੜੇ ਡਾਕਟਰ ਹੈਗੇ ਨੇ ਉਹ ਅਵੇਲੇਬਲ ਨਹੀਂ ਹੈਗੇ। ਹਾਜ਼ਰੀ ਲੱਗੀ ਹੈ, ਸੀਟ 'ਤੇ ਨਹੀਂ, ਜਾਂ ਤਾਂ ਇੱਧਰ ਉੱਧਰ ਦੱਸ ਦਿੱਤਾ ਜਾਂਦਾ ਵੀ ਮੀਟਿੰਗ 'ਤੇ ਨੇ ਜੀ। ਮੀਟਿੰਗਾਂ ਚਲੋ ਠੀਕ ਹੈ ਜੀ, ਪਰ ਲੋਕ ਤਾਂ ਵੇਟ ਕਰ ਰਹੇ ਨੇ। ਫਿਰ ਕਈ ਡਾਕਟਰ ਹਾਜ਼ਰੀ ਲਾ ਕੇ ਛੁੱਟੀ 'ਤੇ ਇੱਧਰ ਉੱਧਰ, ਜ਼ਿਆਦਾਤਰ ਸੁਣਨ 'ਚ ਮਿਲਿਆ ਜਾਂਦਾ ਵੀ ਛੁੱਟੀ 'ਤੇ। ਪਿੱਛੇ ਜੇ ਇੱਕ ਆਪਾਂ ਦੁਰਘਟਨਾ ਤੁਸੀਂ ਕੈਪਚਰ ਕੀਤੀ ਸੀ ਕਿ ਇੱਕ ਲੇਡੀ, ਬਿਲਕੁਲ, ਜਿਨ੍ਹਾਂ ਦਾ ਡਿਲੀਵਰੀ ਜਿਹੜੀ ਮਹਿਲਾ, ਉਹ ਵਿਚਾਰੀ ਸੜਕ 'ਤੇ ਹੀ ਉਹਨੂੰ ਬੱਚੇ ਨੂੰ ਜਨਮ ਦੇਣਾ ਪਿਆ। ਉਹ ਅਣਗਹਿਲੀ ਵਰਕਰ ਦੀ, ਹਸਪੀਟਲ ਦੇ ਵਰਕਰ ਦੀ। ਸੋ ਇੱਦਾਂ ਦੀਆਂ ਅਨੇਕਾਂ ਹੀ ਜਿਹੜੀਆਂ ਗਲਤੀਆਂ, ਅਣਗਹਿਲੀਆਂ ਨੇ, ਭੁਗਤਣਾ ਆਮ ਜਨਤਾ ਨੂੰ ਪੈਂਦਾ। ਸੋ ਡਾਕਟਰ ਆਪਣੀ ਸੀਟ 'ਤੇ ਨਹੀਂ ਅਵੇਲੇਬਲ ਮਿਲਦੇ, ਬਹੁਤ ਵਾਰੀ, ਹਮੇਸ਼ਾ ਹੀ ਨਹੀਂ, ਬਹੁਤ ਵਾਰੀ ਨਹੀਂ ਮਿਲਦੇ, ਜਿਹਦਾ ਖਮਿਆਜਾ ਆਮ ਜਨਤਾ ਦੁਖੀ ਹੁੰਦੀ ਆ। ਦੂਜੀ ਗੱਲ ਦਵਾਈਆਂ ਦੀ ਅਤੇ ਐਕਸਰੇ, ਸਕੈਨਾਂ, ਆਹ ਸਟਰਕਚਰ ਨਵਾਂ ਬਣਿਆ, ਕਰੋੜਾਂ ਦਾ ਜਿਹੜਾ ਬਜਟ ਆ ਜਿਹੜਾ ਉਹ ਪਾਸ ਕੀਤਾ, 5% ਵਧਾਇਆ ਗਿਆ ਸਰਕਾਰ ਵੱਲੋਂ, ਵਾਧਾ ਕੀਤਾ ਗਿਆ। ਬਿਲਡਿੰਗ, ਉਹਦਾ ਸਟਰਕਚਰ ਇੱਕ ਨਵਾਂ ਬਣਾਇਆ ਗਿਆ। ਉਹਦੇ 'ਚ ਕੀ ਐਕਸਰੇ ਮਸ਼ੀਨਾਂ ਜਾਂ MRI ਜਾਂ EMR ਜੋ ਵੀ ਟੈਸਟ ਹੁੰਦੇ ਨੇ ਬਾਹਰੋਂ, ਉਹ ਦੁੱਗਣੇ ਚੌਗਣੇ ਮਹਿੰਗੇ ਕਰਵਾਉਣੇ ਪੈਂਦੇ ਨੇ ਸਾਨੂੰ। ਡਾਕਟਰਾਂ ਦੀ ਜਿਹੜੀ ਇੱਕ ਪ੍ਰਸਕ੍ਰਿਪਸ਼ਨ 'ਤੇ ਸਾਨੂੰ ਕਰਾਉਣੇ ਪੈਂਦੇ ਨੇ। ਕੀ ਸਰਕਾਰ ਉਹ ਨਹੀਂ ਦੇ ਸਕਦੀ? ਬਜਟ ਤੁਸੀਂ ਵਧਾਉਂਦੇ ਹੋ, ਉਹ ਦੇਣਾ ਚਾਹੀਦਾ। ਫਿਰ ਇੱਕ ਆਮ ਜੀ ਗੱਲ ਦੇਖਣ ਨੂੰ ਮਿਲੀ ਕਿ ਇੱਕ ਜਦੋਂ ਦਵਾਈ ਇੱਥੋਂ ਜਿਹੜੀ ਸਰਕਾਰੀ ਮਿਲਦੀ ਹੈ, ਪਹਿਲਾਂ ਤਾਂ ਅਵੇਲੇਬਲ ਨਹੀਂ ਹੁੰਦੀ। ਜੇ ਅਵੇਲੇਬਲ ਹੁੰਦੀ ਹੈ ਤਾਂ ਉਹਦੇ ਲਈ ਤੁਹਾਨੂੰ ਇੱਕ ਵਾਰ ਲੈ ਲਈ, ਅਤੇ ਦੁਬਾਰੇ ਲੈਣ ਲਈ ਤੁਹਾਨੂੰ ਸੀਨੀਅਰ ਮੈਡੀਕਲ ਆਫੀਸਰ ਦੇ ਸਾਈਨ ਜ਼ਰੂਰੀ ਨੇ। ਉਹ ਸਾਈਨ ਕਰਾਉਣ ਲਈ ਉੱਥੇ ਤੁਹਾਨੂੰ ਕਤਾਰ 'ਚ ਵੇਟ ਕਰਨਾ ਪੈਂਦਾ, ਕਿਉਂਕਿ SMO ਤਾਂ ਇੱਕ ਕੰਮ ਸਾਰੀ ਉਹਨੂੰ ਦੇਖਣੇ ਪੈਂਦੇ ਨੇ। ਸੋ ਵੇਟ ਕਰਨੀ ਪੈਂਦੀ ਹੈ। ਕਈ ਵਾਰੀ ਉਹ ਸਮਾਂ ਹੀ ਲੰਘ ਜਾਂਦਾ। 1 ਵਜੇ ਤੱਕ ਆ ਜਿਹੜੀ ਦਵਾਈ ਮਿਲਦੀ ਆ, 12-1 ਵਜੇ ਤੱਕ ਸ਼ਾਇਦ ਮਿਲਦੀ ਹੈ ਜਿਹੜੀ, ਉਹ ਸਮਾਂ ਲੰਘ ਜਾਂਦਾ। ਉਹਨਾਂ ਨੂੰ ਸਾਈਨ ਕਰਾਉਣੇ ਪੈਂਦੇ ਆ, ਅਤੇ ਉਹ ਬਜ਼ੁਰਗ ਬਾਹਰ ਬੈਠੇ, ਮੈਂ ਵੇਟ ਦੇਖ ਰਿਹਾ ਸੀ। ਮੈਂ ਕਿਹਾ ਤੁਸੀਂ ਕਾਹਦੀ ਵੇਟ ਕਰ ਰਹੇ ਹੋ ਜੀ? ਕਹਿੰਦੇ ਇੱਕ ਸਾਈਨਾਂ ਦੀ। 1 ਘੰਟਾ ਉਹਨਾਂ ਨੇ ਵੇਟ ਕੀਤੀ, ਜਾਨੂੰ ਸਮਾਂ ਲੰਘ ਗਿਆ। ਸੋ ਚਲੋ ਉਹਨਾਂ ਦੇ ਵੀ ਰੁਝੇਵੇਂ ਨੇ, ਅਸੀਂ ਸਮਝਦੇ ਹਾਂ ਆਪਾਂ, ਪਰ ਉਹਨਾਂ ਨੂੰ ਸਬਸਟੀਟਿਊਟ ਕਰਨ ਲਈ ਕੋਈ ਅਧਿਕਾਰੀ ਤਾਂ ਚਾਹੀਦਾ। ਬਹੁਤ ਵੈਕੈਂਸੀਆਂ ਖਾਲੀ ਪਈਆਂ ਨੇ ਅਤੇ ਉਹਨਾਂ ਨੂੰ ਭਰਿਆ ਨਹੀਂ ਜਾਂਦਾ। ਉਹ ਕਿਉਂ? ਉਹਨਾਂ ਨੂੰ ਪੁੱਛਿਆ ਗਿਆ ਵੀ ਕਿਉਂ ਨਹੀਂ ਇਹ ਅਪਲਾਈ ਨਹੀਂ ਕਰਦੇ? ਕਿਉਂ ਨਹੀਂ ਅਪਲਾਈ ਕਰਦੇ? ਕਿਉਂਕਿ ਉਹਨਾਂ ਦਾ ਜਿਹੜਾ ਇੱਕ ਜਿਹੜੀ ਆਪਾਂ ਕਹਿ ਲਈਏ ਤਨਖਾਹ, ਜਿਹੜੀ ਉਹ ਸਰਕਾਰ ਨੇ ਬਹੁਤ ਘੱਟ ਨਿਰਧਾਰਿਤ ਕੀਤੀ ਹੋਈ ਆ। ਸੋ ਜੋ ਇੱਕ ਜਿਹੜੀ ਤਨਖਾਹ ਉਹਨਾਂ ਨੂੰ ਦੇਣੀ ਚਾਹੀਦੀ ਆ, ਜਾਂ ਕੋਈ ਨਾ ਕੋਈ ਹੱਲ ਕੱਢਣਾ ਜ਼ਰੂਰੀ ਆ। ਸੋ ਇੱਦਾਂ ਵੀ ਕੁੱਲ ਮਿਲਾ ਕੇ ਸਿਹਤ ਸਹੂਲਤਾਵਾਂ ਦਾ ਪੰਜਾਬ ਦੇ ਵਿੱਚ ਤਾਂ ਬਹੁਤ ਮਾੜਾ ਹਾਲ ਹੈ। ਮੈਂ ਤਾਂ ਇਹੀ ਕਹੂੰਗਾ ਕਿ ਇਹਦੇ 'ਤੇ ਪੁਰਜ਼ੋਰ ਧਿਆਨ ਦੇਣ ਦੀ ਲੋੜ ਹੈ। ਇੱਕ ਸਾਡੀ ਬੇਸਿਕ ਜਿਹੜੀ ਲੋੜ ਹੈ ਉਹਦੇ 'ਤੇ ਧਿਆਨ ਦੇਣ ਦੀ ਲੋੜ ਹੈ। ਆਮ ਲੋਕਾਂ ਦਾ
ਜੇ ਤੁਸੀਂ ਵਿਸ਼ਵਾਸ ਜਿੱਤਣਾ ਚਾਹੁੰਦੇ ਹੋ, ਜੇ ਤੁਸੀਂ ਪੰਜਾਬ 'ਚੋਂ ਸਿਹਤ ਸਹੂਲਤਾਵਾਂ ਵਧੀਆ ਕਰੋਗੇ ਤਾਂ ਹੀ ਇੱਥੇ ਕੋਈ ਕੁਝ ਚੱਜ ਦਾ ਆਪਾਂ ਕਹਿ ਸਕਦੇ ਹਾਂ ਕਿ ਕੀਤਾ ਤੁਸੀਂ। ਸੋ ਇੱਦਾਂ ਦੇ ਹੋਰ ਕਿਉਂਕਿ ਗੱਲ ਆ ਜਾਂਦੀ ਹੈ ਸਕੈਨ ਦੀ, ਲੋਕ ਜ਼ਿਆਦਾਤਰ ਜਿਹੜੀ ਹੈਗੀ ਹੈ ਇਹ ਤੇ ਕਈ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਦਾ ਇਹੀ ਕਹਿਣਾ ਹੁੰਦਾ ਕਿ ਜਿਹੜੇ ਇੱਥੇ ਟੈਸਟ ਤੇ ਜਾਂ ਸਕੈਨਾਂ ਤੇ ਵਿਸ਼ਵਾਸ ਘੱਟ ਹੁੰਦਾ, ਪ੍ਰਾਈਵੇਟ ਵੱਲ ਜ਼ਿਆਦਾ ਪਾਦੇ ਨੇ, ਉੱਥੇ ਉਹਨਾਂ ਦੀ ਲੁੱਟ ਖਸੁੱਟ ਹੁੰਦੀ ਹੈ। ਕੀ ਲੱਗਦਾ ਮਸ਼ੀਨਰੀ ਵੀ ਇੱਥੇ ਕੋਈ ਬਹੁਤੀ ਸਹੀ ਨਹੀਂ ਹੁੰਦੀ ਹੋਣੀ? ਮਸ਼ੀਨਰੀ ਉਹੀ ਆ ਨਾ ਕਿ ਜਿਹੜੀ ਮਸ਼ੀਨਰੀ ਹੈ ਅਵੇਲੇਬਲ ਆ ਉਹ ਪੁਰਾਣੀ ਬਹੁਤ ਹੈ। ਹੁਣ ਉਹ ਜਿਹੜੇ ਬਜਟ ਦੀ ਆਪਾਂ ਗੱਲ ਕਰਦੇ ਸੀ ਉਹਦੇ 'ਚ ਪਾਉਣਾ ਚਾਹੀਦਾ ਸੀ, ਜ਼ਰੂਰ ਪਾਉਣਾ ਚਾਹੀਦਾ ਸੀ ਕਿ ਉਹ ਤੁਸੀਂ ਨਵੀਂ ਆਪਣਾ ਮਸ਼ੀਨਾਂ ਦਿਓ ਜਿਹੜੀਆਂ ਆਪਾਂ ਇੱਕ ਆਮ ਜੀ ਚਰਚਾ ਆਪਾਂ ਸੁਣਦੇ ਹਾਂ ਕਿ ਜਿਹੜਾ ਇੱਕ ਡਾਕਟਰ ਨੇ ਪ੍ਰਸਕ੍ਰਾਈਬ ਕਰਤਾ ਤੁਹਾਨੂੰ ਕਿ ਫਲਾਣੀ ਥਾਂ ਤੋਂ ਸਕੈਨ ਕਰਾ ਲਿਓ, ਦੂਜੀ ਥਾਂ ਦੀ ਸਕੈਨ ਜਾਂ ਐਕਸਰਾ ਉਹ ਮੰਨਦੇ ਹੈ ਨਹੀਂ ਕਿ ਨਹੀਂ ਜੀ ਦੁਬਾਰੇ ਕਰਾ ਕੇ ਲਿਆਓ, ਇਸ ਬੰਦੇ ਤੋਂ ਕਰਾ ਕੇ ਲਿਆਓ। ਕਿਉਂ ਜੀ? ਉਹਦੇ 'ਚ ਉਹਨਾਂ ਦਾ 50% ਜਾਂ ਕਿੰਨਾ % ਕਮਿਸ਼ਨ ਹੁੰਦਾ। ਸੋ ਆਪਾਂ ਜੇ ਮੰਨ ਲਈਏ 1000 ਰੁਪਏ ਦੀ ਜੇ ਸਕੈਨ ਆ ਤਾਂ 500 ਤਾਂ ਉਹਦੇ 'ਚੋਂ ਡਾਕਟਰ ਸਾਹਿਬ ਦਾ। ਸੋ ਇਦਾਂ ਦੀਆਂ ਜਿਹੜੀਆਂ ਲੁੱਟਾਂ ਘਸੁੱਟਾਂ ਨੇ ਉਸ ਤੋਂ ਤਾਂ ਬਚ ਸਕਣਗੇ ਜੇ ਸਰਕਾਰ ਇੱਕ ਵਾਰੀ ਤੁਸੀਂ ਪੂਰੇ ਪੈਸੇ ਲੈ ਲਓ, ਜਿੰਨਾ ਖਰਚਾ ਬਣਦਾ ਉਹਨੇ ਪੈਸੇ ਲੈ ਲਓ, ਉਹਨੇ ਪੈਸੇ ਲੈ ਲਓ ਤੇ ਆਮ ਬੰਦੇ ਦਾ ਜਿਹੜਾ ਮੈਂ ਕਹਿੰਦਾ ਅੱਧ ਤੋਂ ਵੱਧ ਦਾ ਜਿਹੜਾ ਫਾਇਦਾ ਹੋ ਜਾਊਗਾ। ਸੋ ਇੱਥੇ ਸਿਵਲ ਹਸਪਤਾਲ 'ਚ ਆਉਂਦਾ ਕੌਣ ਹੈ? ਸਿਵਲ ਹਸਪਤਾਲ ਦੇ ਵਿੱਚ ਆਉਂਦਾ ਕੌਣ ਆ? ਤੁਹਾਡੇ ਮੇਰੇ ਵਰਗਾ ਗਰੀਬ ਬੰਦਾ, ਆਮ ਬੰਦਾ ਜਿਹਨੂੰ ਪ੍ਰਾਈਵੇਟ ਇਲਾਜ ਜਿਹੜੇ ਲੈਣਾ ਮੁਸ਼ਕਿਲ ਆ, ਮਹਿੰਗਾ ਪੈਂਦਾ, ਉਹ ਆਉਂਦਾ। ਪਹਿਲਾਂ ਤਾਂ ਇੱਕ ਇੱਥੇ ਗੇਟ ਵੜਦੀ ਸਾਰੀ ਇੱਕ ਪਰਚੀ ਕਟਾਉਣੀ ਪੈਂਦੀ ਹੈ। ਜੇ ਗਰੀਬ ਬੰਦਾ ਮੋਟਰਸਾਈਕਲ ਸਕੂਟਰ ਤੇ ਆ ਗਿਆ ਉਹਨੂੰ ਪਾਰਕਿੰਗ ਦੀ ਪਰਚੀ ਕਟਾਉਣੀ ਹੀ ਪੈਂਦੀ ਆ। 10 ਰੁਪਏ ਪਰਚੀ, 20 ਰੁਪਏ ਪਰਚੀ ਪਾਰਕਿੰਗ ਦੀ, ਸੋ 10 ਰੁਪਏ ਪਰਚੀ ਅੰਦਰ ਦੀ। ਗਰੀਬ ਬੰਦੇ ਦੇ ਆਪਾਂ ਜੇ ਕਹੀਏ ਵੀ ਮੈਡੀਕਲ ਮੁਫਤ ਆ, ਸਿਹਤ ਸਹੂਲਤਾਵਾਂ ਮੁਫਤ ਨੇ, ਨਹੀਂ ਹੈਗੀਆਂ। ਸੋ ਕੁੱਲ ਮਿਲਾ ਕੇ ਇਹੀ ਆ ਕਿ ਇਹਨਾਂ ਤੇ ਜਿਹੜਾ ਸਰਕਾਰ ਵਾਅਦੇ ਕਰਦੀ ਆ, ਦਾਅਵੇ ਕਰਦੀ ਆ ਵੱਡੇ ਵੱਡੇ, ਉਹਨਾਂ ਤੇ ਕਿੰਨਾ ਕੁ ਧਿਆਨ ਦਿੱਤਾ ਜਾਂਦਾ, ਗੌਰ ਕਰਨ ਦੀ ਲੋੜ ਆ। ਬਹੁਤ ਬਹੁਤ ਧੰਨਵਾਦ। ਤਾਂ ਹੋਰ ਵੀ ਇੱਥੇ ਲੋਕ ਨੇ, ਉਹਨਾਂ ਨਾਲ ਅਸੀਂ ਜਿਹੜੀ ਹੈ ਗੱਲਬਾਤ ਜਾਰੀ ਰੱਖਾਂਗੇ ਸਿਹਤ ਸਹੂਲਤਾਂ ਨੂੰ ਲੈ ਕੇ। ਹੋਸਪਿਟਲ ਵਿੱਚ ਹੋਰ ਵੀ ਲੋਕ ਇੱਥੇ ਪਹੁੰਚੇ ਹੋਏ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਬਾਈ ਜੀ ਕੀ ਨਾਮ ਕੀ ਹੈ ਜੀ ਤੁਹਾਡਾ? ਏਕਨੂਰ ਬਾਜਵਾ ਜੀ। ਏਕਨੂਰ ਜੀ, ਹਸਪੀਟਲ 'ਚ ਖੜੇ ਆਪਾਂ, ਸਿਵਲ ਹਸਪੀਟਲ ਖੰਨਾ 'ਚ। ਲੱਗਦਾ ਵੀ ਜਿਹੜੀ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਸਹੂਲਤਾਂ ਦੇ, ਸਿਹਤ ਸਹੂਲਤਾਂ ਦੇ ਦਾਅਵੇ ਕਰਦੀ ਹੈ, ਇੱਥੇ ਪੂਰੇ ਹੁੰਦੇ ਨੇ ਕਿ ਨਹੀਂ ਹੁੰਦੇ? ਕਿਉਂ ਲੋਕਾਂ ਨੂੰ ਵੱਡੇ ਸ਼ਹਿਰਾਂ ਵੱਲ ਭੱਜਣਾ ਪੈਂਦਾ ਜਾਂ ਪ੍ਰਾਈਵੇਟ ਹਸਪਤਾਲਾਂ ਵੱਲ ਜਿਹੜਾ ਹੈਗਾ ਜਾਣਾ ਪੈਂਦਾ? ਸਭ ਤੋਂ ਪਹਿਲਾਂ ਤਾਂ ਆਪਾਂ ਨੂੰ 1 ਘੰਟੇ ਦੇ ਕਰੀਬ ਹੋ ਗਿਆ ਇੱਥੇ ਹਸਪੀਟਲ ਦੇ ਵਿੱਚ ਆਇਆਂ ਨੂੰ। ਆਪਾਂ ਜਿੰਨੇ ਇਹਨਾਂ ਦੇ ਬਲਾਕਸ ਨੇ ਸਾਰਿਆਂ ਦੇ ਵਿੱਚ ਗੇੜਾ ਮਾਰਿਆ, ਜਿੱਥੇ ਡਾਕਟਰ ਜਿਹੜੇ ਬੈਠਦੇ ਆ। ਸਭ ਤੋਂ ਪਹਿਲਾਂ ਤਾਂ ਡਾਕਟਰ ਹੀ ਬੈਠੇ ਨਹੀਂ ਸੀਗੇ। ਜਿੰਨੀ ਕੁ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਜਾਂ ਜਿੰਨਾ ਕੁ ਆਪਾਂ ਪੁੱਛਿਆ, ਕੁਝ ਕਹਿੰਦਾ ਵੀ ਡਾਕਟਰ ਲੇਟ ਹੈ ਜਾਂ ਕੋਈ ਕਹਿੰਦਾ ਡਾਕਟਰ ਮੀਟਿੰਗ 'ਚ ਹੈ, ਕੋਈ ਆਪਰੇਸ਼ਨ 'ਚ ਹੈ, ਕੋਈ ਕਿਤੇ ਹੈ। ਸਾਡਾ 1 ਘੰਟਾ ਖੜਨ ਦਾ ਮਕਸਦ ਇੱਥੇ ਜਾਂ ਬਲਾਕਸ ਘੁੰਮਣ ਦਾ ਮਕਸਦ ਇਹੀ ਸੀ ਕਿ ਅਸੀਂ 1 ਘੰਟੇ ਬਾਅਦ ਦੁਬਾਰਾ ਫੇਰ ਦੇਖ ਲਈ ਵੀ ਕਿੰਨੇ ਕੁ ਡਾਕਟਰ ਦੁਬਾਰਾ ਆ ਜਾਂਦੇ ਆ। ਜਿੰਨੇ ਡਾਕਟਰ ਗਾਇਬ ਸੀ ਉਨੀ ਦੁਬਾਰਾ ਫੇਰ ਗਾਇਬ ਨੇ, ਸਗੋਂ 1-2 ਵਿੱਚੋਂ ਹੋਰ ਚਲੇ ਗਏ ਜਾਂ ਆਪਣੇ ਰੂਮ ਨੂੰ ਲੌਕ ਲਾ ਕੇ ਚਲੇ ਜਾਂਦੇ ਨੇ। ਪੇਸ਼ੈਂਟ ਬਾਹਰ ਖੜੇ ਵੇਟ ਕਰਦੇ ਰਹਿੰਦੇ ਨੇ। ਬਹੁਤ ਜ਼ਿਆਦਾ ਇਸ ਦੇ ਰਿਲੇਟਡ ਸਮੱਸਿਆ ਕਾਫੀ ਜ਼ਿਆਦਾ ਹੈ, ਕਿਉਂਕਿ ਡਾਕਟਰ ਦੀ ਜਿਹੜੀ ਇੱਥੇ ਆਪਾਂ ਕਹਿ ਲਈਏ ਕਿ ਸੰਖਿਆ ਡਾਕਟਰਾਂ ਦੀ ਬਹੁਤ ਜ਼ਿਆਦਾ ਘੱਟ ਹੈ ਅਤੇ ਪੇਸ਼ੈਂਟ ਦੀ ਜਿਹੜੀ ਸੰਖਿਆ ਉਹ ਬਹੁਤ ਜ਼ਿਆਦਾ ਹੈ। ਉਹਦੇ ਕਰਕੇ ਡਾਕਟਰ ਪੂਰੇ ਨਹੀਂ ਪੈ ਰਹੇ, ਪੇਸ਼ੈਂਟਾਂ ਨੂੰ ਕਈ ਘੰਟੇ ਇੱਥੇ ਵੇਟ ਕਰਨਾ ਪੈਂਦਾ। ਸਮਾਂ ਤਾਂ ਹਰ ਇੱਕ ਦਾ ਉਨਾ ਹੀ ਕੀਮਤੀ ਹੈ, ਸਗੋਂ ਇਹ ਤਾਂ ਐਮਰਜੈਂਸੀ ਫੈਸਿਲਿਟੀ ਹੈ, ਇਹ ਤਾਂ ਐਮਰਜੈਂਸੀ ਨੀਡ ਹੈ ਆਪਣੀ ਹੈਲਥ। ਤਾਂ ਜੇ ਇਹੀ ਨਹੀਂ ਆਪਾਂ ਟਾਈਮ ਸਿਰ ਪੇਸ਼ੈਂਟ ਨੂੰ ਦੇਵਾਂਗੇ ਤਾਂ ਉਹ ਪੇਸ਼ੈਂਟ ਦੀ ਕੇਅਰ ਕਿੱਦਾਂ ਹੋਊਗੀ? ਜਾਂ ਮੋਸਟ ਆਫ ਦਾ ਟਾਈਮ ਕੀ ਕੀਤਾ ਜਾਂਦਾ ਇਹ ਇੱਥੋਂ ਖਾਸ ਕਰਕੇ ਖੰਨਾ ਹਸਪੀਟਲ 'ਚੋਂ ਅੱਗੇ ਬੜੇ ਹਸਪੀਟਲ ਵੱਲ ਰੈਫਰ ਕਰ ਦਿੱਤਾ ਜਾਂਦਾ। ਖਾਸ ਕਰਕੇ ਅਸੀਂ ਦੇਖਿਆ ਕਿ ਜਿੰਨੇ ਕੋਈ ਸੀਰੀਅਸ ਕੇਸ ਆਉਂਦੇ ਨੇ, ਡਾਕਟਰ ਨਾ ਹੋਣ ਕਰਕੇ, ਡਾਕਟਰਾਂ ਦੀ ਕਮੀ ਘੱਟ ਹੋਣ ਕਰਕੇ ਇੱਥੋਂ ਪਟਿਆਲੇ ਜਾਂ ਲੁਧਿਆਣੇ ਰੈਫਰ ਕਰ ਦਿੱਤਾ ਜਾਂਦਾ ਪੇਸ਼ੈਂਟ ਨੂੰ। ਲੱਗਦਾ ਨਹੀਂ ਵੀ ਜੇ ਲੋਕ ਜ਼ਿਆਦਾਤਰ ਸਰਕਾਰੀ ਹਸਪੀਟਲ ਆਉਣ ਦੀ ਬਜਾਏ ਪ੍ਰਾਈਵੇਟ ਹਸਪੀਟਲਾਂ ਵੱਲ ਜ਼ਿਆਦਾ ਭੱਜਦੇ ਨੇ, ਉੱਥੇ ਲੁੱਟ ਖਸੁੱਟ ਵੀ ਲੋਕਾਂ ਦੀ ਜ਼ਿਆਦਾ ਹੁੰਦੀ ਆ? ਤੁਹਾਡੀ ਬਿਲਕੁਲ ਗੱਲ ਠੀਕ ਹੈ। ਪ੍ਰਾਈਵੇਟ ਹਸਪੀਟਲ ਅਸੀਂ ਜਾਣਾ ਨਹੀਂ ਚਾਹੁੰਦੇ, ਸਾਡੀ ਮਜਬੂਰੀ ਹੈ ਪ੍ਰਾਈਵੇਟ ਹਸਪੀਟਲ ਜਾਣਾ। ਇਸ ਕਰਕੇ ਪਹਿਲਾਂ ਤਾਂ ਇਹ ਹੈ ਵੀ ਉੱਥੇ ਲੁੱਟ ਖਸੁੱਟ ਤੁਸੀਂ ਕਿਹਾ ਜ਼ਿਆਦਾ ਹੁੰਦੀ ਹੈ, ਪਰ ਉੱਥੇ ਘੱਟੋ ਘੱਟ ਸਾਡੀ ਕੇਅਰ ਤਾਂ ਟਾਈਮ ਟੂ ਟਾਈਮ ਹੋ ਜਾਂਦੀ ਹੈ। ਅਸੀਂ ਜਾਂਦੇ ਹਾਂ, ਸਾਨੂੰ ਘੱਟੋ ਘੱਟ ਟਾਈਮ ਟੂ ਟਾਈਮ ਡਾਕਟਰ ਤਾਂ ਮਿਲ ਜਾਂਦੇ ਨੇ। ਜਦ ਇੱਥੇ ਸਾਨੂੰ ਕਈ ਘੰਟੇ ਵੇਟ ਕਰਨਾ ਪੈਂਦਾ, ਉਸ ਤੋਂ ਬਾਅਦ ਵੀ ਸਾਨੂੰ ਜੇ ਡਾਕਟਰ ਨਾ ਮਿਲੇ ਤਾਂ ਅਸੀਂ ਆਪਣਾ ਸਮਾਂ ਬਚਾਉਣ ਦੇ ਲਈ, ਅਸੀਂ ਆਪਣੇ ਪੇਸ਼ੈਂਟ ਦੀ ਜਾਨ ਬਚਾਉਣ ਦੇ ਲਈ ਪ੍ਰਾਈਵੇਟ ਹਸਪੀਟਲ ਜਾਂਦੇ ਹਾਂ। ਕਿਉਂਕਿ ਅਕਸਰ ਨੂੰ ਹਰ ਬੰਦਾ ਸੋਚਦਾ ਕਿ ਪੈਸਾ ਤਾਂ ਅਸੀਂ ਫਿਰ ਵੀ ਕਮਾ ਲਾਂਗੇ, ਸਾਡਾ ਜੀ ਬਚਣਾ ਚਾਹੀਦਾ। ਬਣਿਆ ਮਤਲਬ ਕਿ ਜ਼ਿਆਦਾਤਰ ਜੇ ਗੱਲ ਕਰੀਏ ਤਾਂ ਗਰੀਬ ਲੋਕਾਂ ਲਈ ਬਣਾਇਆ ਜਿਹੜਾ ਹੈਗਾ, ਉਹਨਾਂ ਨੂੰ ਇੱਥੇ ਜਿਹੜੀ ਕਿ ਸਹੂਲਤਾਂ
ਮਿਲਣੀਆਂ ਚਾਹੀਦੀਆਂ ਨੇ, ਕਿਉਂਕਿ ਹਰ ਬੰਦਾ ਅਫੋਰਡ ਨਹੀਂ ਕਰ ਪਾਉਂਦਾ ਜਿਹੜਾ ਕਿ ਪ੍ਰਾਈਵੇਟ ਹਸਪੀਟਲ। ਸਰਕਾਰੀ ਹਸਪੀਟਲ ਇਸ ਲਈ ਬਣੇ ਨੇ ਕਿ ਹਰ ਬੰਦੇ ਦੀ ਪਹੁੰਚ 'ਚ ਹੋਣ, ਲੇਕਿਨ ਡਾਕਟਰ ਇੱਥੇ ਨਹੀਂ ਮਿਲਦੇ। ਬਾਕੀ ਜਿਹੜੇ ਹੈਗੇ ਲੋਕ ਕਈ ਵਾਰੀ ਗੰਭੀਰ ਜਿਹੜੇ ਹੈਗੇ ਐਕਸੀਡੈਂਟਲ ਕੇਸ ਹੋ ਜਾਂਦੇ ਨੇ, ਐਮਰਜੈਂਸੀ ਹੋ ਜਾਂਦੀ ਹੈ, ਜ਼ਿਆਦਾ ਉਹਨਾਂ ਨੂੰ ਲੁਧਿਆਣੇ ਜਾਣਾ ਪੈਂਦਾ ਜਾਂ ਜਾਂਦੇ ਨੇ ਚੰਡੀਗੜ੍ਹ ਜਾਂ ਪਟਿਆਲਾ। ਇੱਥੇ ਕੀ ਕਮੀਆਂ ਚਾਹੀਦੀਆਂ ਸਰਕਾਰ ਨੂੰ, ਕੀ ਕਰਨਾ ਚਾਹੀਦਾ ਇੱਥੇ ਆ ਕੇ? ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਜਿਹੜੀਆਂ ਡਾਕਟਰਾਂ ਦੀ ਵੈਕੈਂਸੀਜ਼ ਖਾਲੀ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਸਾਨੂੰ ਇੱਕ ਡਾਕਟਰ ਨਾਲ ਗੱਲ ਕਰਕੇ ਅੰਦਰ ਪਤਾ ਲੱਗਿਆ, ਬੜੀ ਹੈਰਾਨੀਜਨਕ ਗੱਲ ਹੈ ਕਿ ਜੀ ਪਤਾ ਨਹੀਂ ਹੁਣ ਇਹ ਸੱਚ ਹੈ ਕਿ ਝੂਠ ਹੈ, ਇਹ ਤਾਂ ਸਰਕਾਰ ਨੇ ਦੇਖਣਾ, ਪਰ ਉਹਨਾਂ ਨੇ ਇਹ ਬਲੇਮ ਲਾਇਆ ਸਰਕਾਰ ਦੇ ਉੱਪਰ, ਜਾਂ ਉਹਨਾਂ ਦਾ ਤੁਸੀਂ ਕਹਿ ਲਓ ਵੀ ਕੰਪਲੇਂਟ ਇਹ ਸੀ ਕਿ ਕਹਿੰਦੇ ਜੀ ਵੈਕੈਂਸੀ ਤਾਂ ਸਰਕਾਰ ਕੱਢਦੀ ਹੈ ਪਰ ਕੋਈ ਅਪਲਾਈ ਨਹੀਂ ਕਰਦਾ। ਇੱਥੇ ਮੈਡੀਕਲ ਆਫੀਸਰ ਦੀ ਇੱਕ ਬਹੁਤ ਜ਼ਿਆਦਾ ਕਮੀ ਹੈ। ਕਹਿੰਦੇ SMO ਸਾਹਿਬ ਆਪ ਹੀ ਮੈਡੀਕਲ ਆਫੀਸਰ ਨੇ ਤੇ ਇੱਥੇ ਹੋਰ ਕੋਈ ਮੈਡੀਕਲ ਆਫੀਸਰ ਹੈ ਨਹੀਂ, ਉਹਦੇ ਕਰਕੇ ਵੀ ਲੋਕ ਬਹੁਤ ਖੱਜਲ ਖੁਆਰ ਹੋ ਜਾਂਦੇ ਨੇ। ਇਕੱਲੇ SMO ਸਾਹਿਬ ਦੇ ਸਾਈਨ ਕਰਾਉਣ ਦੇ ਲਈ ਕਈ ਘੰਟੇ ਉਹਨਾਂ ਦੇ ਕਮਰੇ ਬਾਹਰ ਵੇਟ ਕਰਨਾ ਪੈਂਦਾ। SO ਸਾਹਿਬ ਹੁੰਦੇ ਨਹੀਂ, ਕਦੇ ਮੀਟਿੰਗ 'ਚ, ਕਦੇ ਕਿਤੇ ਤੇ ਕਦੇ ਕਿਤੇ। ਹੁਣ ਇਹ ਸਰਕਾਰ ਨੇ ਦੇਖਣਾ ਵੀ ਵਾਕਈ ਇਹ ਗੱਲ ਹੈ ਕਿ ਵੈਕੈਂਸੀਆਂ ਕੱਢੀਆਂ ਜਾ ਰਹੀਆਂ ਤਾਂ ਉਹ ਫਿਲ ਕਿਉਂ ਨਹੀਂ ਹੋ ਰਹੀਆਂ। ਬਜਟ ਤਾਂ ਇਹਨਾਂ ਨੇ ਇਸ ਵਾਰ ਵਧਾਇਆ, ਇਹ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਬਜਟ ਵਧਾਇਆ, ਪਰ ਕਿਤੇ ਨਾ ਕਿਤੇ ਉਹ ਗਰਾਊਂਡ ਤੇ ਇੰਪਲੀਮੈਂਟ ਹੋਣਾ ਚਾਹੀਦਾ, ਦਿਖਣਾ ਚਾਹੀਦਾ। ਇਨਫਰਾਸਟ੍ਰਕਚਰ ਦੇ ਨਾਲ ਡਾਕਟਰ ਦੀ ਵੈਕੈਂਸੀਜ਼ ਉਨੀਆਂ ਜ਼ਰੂਰੀ ਨੇ, ਕਿਉਂਕਿ ਜੇ ਅਸੀਂ ਬਿਲਡਿੰਗਾਂ ਬਣਾ ਲਾਂਗੇ ਜਾਂ ਅਸੀਂ ਕਮਰੇ ਵਾਰਡ ਵਧਾ ਲਾਂਗੇ ਉਹਦੇ ਨਾਲ ਕੁਛ ਨਹੀਂ ਹੋਣਾ ਜਿੰਨਾ ਚਿਰ ਪੇਸ਼ੈਂਟ ਨੂੰ ਸਾਂਭਣ ਲਈ ਡਾਕਟਰ ਨਹੀਂ ਹੁੰਦਾ। ਤਾਂ ਇਹ ਸਮੱਸਿਆ ਵੱਲ ਵੀ ਖਾਸ ਕਰਕੇ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਤੇ ਕੁਝ ਬਹੁਤ ਥੋੜਾ ਸਮਾਂ ਰਹਿ ਗਿਆ, 1 ਮਹੀਨੇ ਦਾ, ਜੇ ਉਹਦੇ ਤੋਂ ਪਹਿਲਾਂ ਇਹ ਹੱਲ ਕਰ ਜਾਣ ਤਾਂ ਕਰ ਜਾਣ, ਨਹੀਂ ਤਾਂ ਫਿਰ ਇਹ ਘੱਟੋ ਘੱਟ ਨਹੀਂ ਸਾਲ ਦੇ ਲਈ ਅੱਗੇ ਡਿਲੇ ਹੋ ਗਿਆ। ਖੰਨਾ ਦੇ ਸਿਵਲ ਹਸਪੀਟਲ 'ਚ ਜਿਹੜੇ ਪੇਸ਼ੈਂਟ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਕੀ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ। ਕੀ ਨਾਮ ਕੀ ਹੈ ਜੀ ਤੁਹਾਡਾ? ਮੇਰਾ ਨਾਮ ਰਵੀ ਕੁਮਾਰ ਜੀ। ਰਵੀ ਕੁਮਾਰ ਜੀ, ਕੀ ਦਿੱਕਤ ਕੀ ਆ ਰਹੀ ਸੀ, ਤੁਸੀਂ ਇੱਥੇ ਅੱਜ ਆਏ ਆਪਾਂ ਹੋ? ਨੀਚੇ ਆਉਂਦੇ ਆ ਤਾਂ ਮੈਂ ਡਾਕਟਰ ਸਾਹਿਬ ਕਹਿੰਦੇ ਕਿ ਹਾਜ਼ਰੀ ਉੱਪਰ ਕਮਰੇ 'ਚ ਬੈਠੇ ਆ। ਡਾਕਟਰ ਸਾਹਿਬ ਅੰਦਰੋਂ ਚਟਨੀ ਲਾ ਕੇ ਤੇ ਆਪਣਾ ਚੱਲ ਜਾਂਦੇ ਆ। ਜਿਹੜੀ ਲਾਈਨ 'ਚ ਲੋਕ ਖੜੇ ਰਹਿੰਦੇ ਆ, 2-3 ਘੰਟੇ ਖੜੇ ਰਹਿੰਦੇ ਆ। ਤੇ ਤੁਸੀਂ ਕਾਹਦੇ ਲਈ ਆਏ ਸੀ, ਕੀ ਚੈੱਕਅਪ ਕਰਾਉਣਾ? ਜਸ ਆਪਣਾ ਸਕਿਨ ਬਾਰੇ ਕਰਨ ਲੱਗੇ ਸੀਗਾ ਜੀ। ਮਿਲੇ ਨਹੀਂ ਡਾਕਟਰ? ਡਾਕਟਰ ਸਾਹਿਬ ਕਹਿੰਦੇ ਆਪਰੇਸ਼ਨ ਕਰਾਉਣਗੇ। ਅੱਛਾ, ਸਕਿਨ ਵਾਲੇ ਡਾਕਟਰ ਸਾਹਿਬ ਆਪਰੇਸ਼ਨ ਕਰਨਗੇ? ਪਤਾ ਨਹੀਂ ਕੀ ਸੀ ਆਪਰੇਸ਼ਨ, ਤੁਹਾਨੂੰ ਨਹੀਂ ਪਤਾ ਗੱਲ ਦਾ। ਨੀਚੇ ਦਾ ਸਟਾਫ ਬੈਠਾ ਜੇ ਨੀਚੇ ਜਾ ਗੱਲ ਕਰਦੇ ਆ ਉਹ ਢੰਗ ਨਾਲ ਗੱਲ ਨਹੀਂ ਕਰਦੇ। ਉਹ ਕਹਿੰਦੇ ਆਪਣੇ ਫੋਨ ਨੰਬਰ ਲਿਖਿਆ ਤਾਂ ਗੱਲ ਕਰੋ। ਮੈਂ ਅੱਛਾ, ਨੀਚੇ ਸਟਾਫ ਨੂੰ ਨਹੀਂ ਪਤਾ ਮੈਡਮ ਆਈ ਨਹੀਂ ਕਿ ਨਹੀਂ ਆਈ, ਕਿ ਕਿੱਧਰ ਗਏ ਆ, ਕੁਝ ਨਹੀਂ ਪਤਾ ਹੁੰਦਾ ਉਹਨਾਂ ਨੂੰ, ਕਿਸੇ ਨੂੰ ਕੁਝ ਨਹੀਂ ਪਤਾ। ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹੜੇ ਡਾਕਟਰ ਡਿਊਟੀ ਤੇ ਨੇ, ਕਿਹੜੇ ਨਹੀਂ ਹੈਗੇ? ਉਹਨਾਂ ਨੇ ਕਿਹਾ ਨੰਬਰ ਤੇ ਫੋਨ ਕਰ ਲਓ, ਬਸ ਇਹ ਨੰਬਰ ਲਿਖੇ ਹੋਏ ਆ। ਆਏ ਸੀਗੇ, ਉਹਨਾਂ ਨਹੀਂ ਪਤਾ ਕਿੱਥੇ ਹੈ ਕਿੱਥੇ ਨਹੀਂ, ਇਹਨਾਂ ਨਹੀਂ ਉਹਨਾਂ ਨੂੰ ਪਤਾ ਹੁੰਦਾ। ਤੇ ਪਹਿਲੀ ਵਾਰੀ ਆਏ ਤੁਸੀਂ ਸਿਵਲ ਹਸਪੀਟਲ 'ਚ, ਅੱਗੇ ਵੀ ਰੂਟੀਨ 'ਚ ਆਉਂਦੇ ਰਹੇ? ਮੈਂ ਤੇ ਪਹਿਲੀ ਵਾਰੀ ਆਇਆ ਸਮਝ ਲਓ, ਪਹਿਲੀ ਵੀ ਇੱਕ ਵਾਰੀ ਆਇਆ ਸੀ, ਜਦ ਤੱਕ ਠੀਕ ਹੋ ਗਿਆ। ਹੁਣ ਤੇ 2-3 ਦਿਨ ਹੋ ਗਏ ਗੇੜੇ ਮਾਰਦੇ ਨੂੰ। ਡਾਕਟਰ ਮਿਲਦੇ ਹੀ ਨਹੀਂ। ਲਾਈਨ 'ਚ ਖੜੇ ਰਹਿੰਦੇ ਆ, ਉਹਦੇ ਅੰਦਰ ਚਟਨੀ ਲਾ ਆਉਂਦੇ ਆ, ਅੰਦਰ ਕੋਈ ਹੁੰਦਾ ਨਹੀਂ ਕਮਰੇ 'ਚ। ਕੀ ਸਿਸਟਮ ਕੀ ਹੋਣਾ ਚਾਹੀਦਾ? ਜੇ ਆਪਾਂ ਦੇਖੋ ਪ੍ਰਾਈਵੇਟ ਹਸਪੀਟਲ ਜਾਂ ਲੁੱਟ ਖਸੁੱਟ ਤਾਂ ਬਹੁਤ ਹੁੰਦੀ ਹੈ ਨਾ, ਆਪਾਂ ਸਿਵਲ ਹਸਪੀਟਲ 'ਚ ਭੱਜਦੇ ਹਾਂ ਵੀ ਚਲੋ ਥੋੜੀ ਜਿਹੜੀ ਹੈਗੀ ਆਪਣੀ ਸੇਵਿੰਗ ਹੋ ਜਾਵੇ। ਮੈਡੀਸਨ ਵਗੈਰਾ ਮਿਲ ਜਾਂਦੀ ਹੈ ਇੱਥੋਂ? ਜੇ ਮੈਡੀਸਨ ਤਾਂ ਬਾਹਰੋਂ ਲੈਣੀ ਪੈਂਦੀ ਹੈ ਜੀ, ਉਹ ਤਾਂ ਲਿਖੇ ਦਿੰਦੇ ਆ, ਬਾਹਰੋਂ ਲੈਣੀ ਪੈਂਦੀ ਹੈ, ਆਪਾਂ ਅੰਦਰ ਤਾਂ ਮਿਲਦੀ ਨਹੀਂ ਮੈਡੀਸਨ। ਇਹਨਾਂ ਦਾ ਪਰਚੀ ਲਿਖੇ ਦੇਣੀ ਹੁੰਦੀ ਹੈ ਬੰਦੇ ਨੂੰ। ਅੱਛਾ, ਬਾਕੀ ਹੋਰ ਜਿਹੜੇ ਹੈਗੇ ਕੀ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਹੈਗੇ ਡਾਕਟਰ ਇੱਥੇ ਅਵੇਲੇਬਲ ਹੋਣ ਜਾਂ ਪ੍ਰਾਈਵੇਟ ਹਸਪੀਟਲ 'ਚ ਨਾ ਜਾਣਾ ਪਵੇ? ਸਹੂਲਤਾਂ ਜਾਣੀ ਕਿ ਡਾਕਟਰ ਦਾ ਹੋਰ ਪ੍ਰਬੰਧ ਕਰਨੇ ਚਾਹੀਦੇ, ਜਿਹਨਾਂ ਕਿ ਸਟਾਫ ਵੱਧ ਜੇ। ਸਟਾਫ ਇਹਨਾਂ ਕੋਲ ਘੱਟ ਹੈ, ਉਸ ਹਿਸਾਬ ਨਾਲ ਇੱਕ ਡਾਕਟਰ ਦੇ ਸਾਰੇ ਬੜਾ ਪਾਇਆ ਪਿਆ ਇਹਨਾਂ ਨੇ। ਸਰ ਜਿਹੜੇ ਮੈਂ ਆਪਣੇ ਡਾਕਟਰ ਸਾਹਿਬਾਨ ਨੇ, ਪਹਿਲਾਂ ਤਾਂ ਉਹ ਕਿੰਨੇ ਡਾਕਟਰ ਨੇ ਆਪਣੇ ਕੋਲ, ਕਿਹੜੇ ਡਾਕਟਰ ਆਪਣੇ ਕੋਲ ਅਵੇਲੇਬਲ ਨੇ? ਸਾਡੇ ਕੋਲ ਡਾਕਟਰ ਆਲਮੋਸਟ ਸਾਰੇ ਹੀ ਅਵੇਲੇਬਲ ਹੈਗੇ ਜੀ। ਸਾਰੇ ਸਪੈਸ਼ਲਾਈਜੇਸ਼ਨ ਡਾਕਟਰਸ ਹੈਗੇ ਸਾਡੇ ਕੋਲ ਜੀ। ਸਾਨੂੰ ਜਿਹੜੀ ਸ਼ਾਰਟੇਜ ਹੈਗੀ ਆ ਮੈਡੀਕਲ ਆਫਿਸਰ ਮੈਡੀਸਨ ਦਾ, ਉਹ ਕਾਫੀ ਲੰਬੇ ਸਮੇਂ ਤੋਂ ਸਾਡੇ ਕੋਲ ਨਹੀਂ ਹੈ। ਤੇ incidentally I am also MD medicine, ਜੀ। so wherever exigency arises, ਜੀ। so I am providing those services which should be provided by the MD medicine। ਫਿਰ ਵੀ ਸੁਪਰਵਿਜ਼ਨ ਦੇ ਨਾਲ ਕਲੀਨਿਕਲ ਕੰਮ ਉਨੀ ਇੰਟੈਂਸਿਟੀ ਨਾਲ ਨਹੀਂ ਕੀਤਾ ਜਾ ਸਕਦਾ ਜਿੰਨੇ ਨਾਲ ਹੋਣਾ ਚਾਹੀਦਾ ਹੈਗਾ। ਇਸ ਕਰਕੇ ਸਾਨੂੰ ਇੱਕ ਮੈਡੀਕਲ ਅਫੀਸਰ ਹੂ ਇਜ਼ ਸਪੈਸ਼ਲਿਸਟ ਇਨ MD ਮੈਡੀਸਨ, ਉਹਦੀ ਸਾਨੂੰ ਸ਼ਾਰਟੇਜ ਹੈ। ਪਰ ਜਿਵੇਂ ਤੁਸੀਂ ਇੱਕ SMO ਦੀ ਜਿਹੜੀ ਸੇਵਾ ਨਿਭਾ ਰਹੇ ਹੋ, ਉਹਦੇ 'ਚ ਤੁਸੀਂ ਸਾਰੇ ਵਿਸ਼ਿਆਂ ਤੇ ਤੁਹਾਨੂੰ ਨਿਗਾਹ ਰੱਖਣੀ ਜ਼ਰੂਰੀ ਹੁੰਦੀ ਹੈ। ਕਈ ਵਾਰੀ ਬਾਹਰੋਂ ਕੋਈ ਆ ਗਿਆ ਮੀਟਿੰਗਸ ਦੇ ਲਈ ਜਾਂ ਕੋਈ ਹੋਰ ਐਮਰਜੈਂਸੀ ਜਾਂ ਕੋਈ, ਤੁਸੀਂ ਜ਼ਿਆਦਾਤਰ ਬਿਜ਼ੀ ਰਹਿੰਦੇ ਹੋ। ਤੁਹਾਡੀ ਜੌਬ ਇਸ ਤਰ੍ਹਾਂ ਦੀ ਹੈ, SMO ਦੀ ਜੌਬ ਬਿਲਕੁਲ ਬਿਜ਼ੀ ਆ, ਪਰ ਉਹਦੇ ਲਈ ਕੋਈ ਹੋਰ MD ਮੈਡੀਸਨ ਹੋਣਾ ਚਾਹੀਦਾ, ਜਾਂ ਤੁਹਾਡੇ ਜਿਹੜੇ ਇੱਥੇ ਹਸਪੀਟਲ ਦੇ ਕੰਮ ਨੇ ਉਹਨਾਂ ਨੂੰ ਕਰਨ ਦੇ ਲਈ ਇੱਕ ਸਬਸਟੀਟਿਊਸ਼ਨ ਜਿਹੜੀ ਜ਼ਰੂਰੀ ਆ? ਨਹੀਂ ਦੇਖੋ,
ਇੱਕ ਸਿਸਟਮ ਹੈਗਾ ਸਾਡਾ, ਵੈਨਐਵਰ ਆਈ ਗੋ ਟੂ ਲੁਧਿਆਣਾ ਫਾਰ ਐਮਰਜੈਂਸੀ ਔਰ ਅਦਰਵਾਈਜ਼ ਆਈ ਹੈਵ ਟੂ ਗੋ ਟੂ ਸਮ ਅਦਰ ਪਲੇਸ। ਜੀ ਸੋ ਇੱਕ ਆਟੋਮੈਟਿਕ ਸਾਡਾ ਸਿਸਟਮ ਹੈਗਾ, ਜਿਹੜਾ ਨੈਕਸਟ ਸੀਨੀਅਰ ਹੈਗਾ ਅਸੀਂ ਉਹਨੂੰ ਚਾਰਜ ਦੇ ਦੇਈਦਾ, ਹੀ ਆਫੀਸ਼ੀਏਟ ਇਨ ਮਾਈ ਐਬਸੈਂਸ ਜਦੋਂ ਮੈਂ ਨਹੀਂ ਅਵੇਲੇਬਲ ਹੈ। ਪਰ ਸੋਪਰ ਹੈ ਜਿਹੜੀ ਤੁਹਾਨੂੰ ਪਹਿਲਾਂ ਕਲੀਨਿਕਲ ਸਵਸਥ ਦੀ ਗੱਲ ਆਉਂਦੀ ਹੈ, ਉਹ ਤੁਹਾਨੂੰ ਦਿੱਕਤ ਹਮੇਸ਼ਾ ਹੀ ਰਹੀ ਹੈ। ਇਸ ਵੇਲੇ ਜਿਹੜੀ ਐਮਡੀ ਮੈਡੀਸਨ ਦਾ ਜਿਹੜਾ ਮੈਡੀਕਲ ਅਫਸਰ ਸਾਡੇ ਕੋਲ ਹੈ ਨਹੀਂਗਾ, ਕਈ ਵਾਰ ਉਹਦੀ ਜਿਹੜੀ ਸਪੈਸ਼ਲਾਈਜ਼ਡ ਸੇਵਾ ਹੈਗੀ ਆ ਉਹ ਤੋਂ ਲੋਕ ਵਾਂਝੇ ਰਹਿ ਰਹੇ ਨੇ। ਵੈਕੈਂਸੀ ਹੈ ਜਿਹੜੀ Vacancy ਉਹ ਹੈ। ਖਾਲੀ ਹੈ ਜੀ। ਇਹ ਵੈਕੈਂਸੀ ਜਿਹੜੀ ਖਾਲੀ ਹੈ ਸਰਕਾਰ ਨੂੰ ਉਹ ਭਰਨੀ ਚਾਹੀਦੀ ਆ, ਉਹਦੇ ਨਾਲ ਤੁਹਾਡਾ ਕੰਮ ਵੀ ਸੁਖਾਲਾ ਹੋ ਜਾਊਗਾ ਕਿ ਲੋਕ ਵੀ ਸੁਖਾਲੇ ਹੋ ਆਰਡਰ ਹੋਏ ਨੇ ਕਈ ਵਾਰ, ਹੁਣ ਇਟ ਆਲ ਡਿਪੈਂਡਸ, ਸਮਟਾਈਮ ਕਈ ਜਗ੍ਹਾ ਤੇ ਹੈ, ਕਈਆਂ ਦੇ ਲੋਕ ਆਪਣੀ ਜਿਹੜੇ ਡਾਕਟਰ ਹੈਗੇ ਸਹੂਲਤ ਦੇਖ ਕੇ ਜੁਆਇਨ ਕਰਦੇ ਹੈਗੇ। ਆਰਡਰ ਹੋਏ ਨੇ ਪਿੱਛੇ ਜੇ, ਬਟ ਦੇ ਹੈਵ ਨਾਟ ਜੁਆਇਨਡ ਹੀਅਰ। ਅਸੀਂ ਵੀ ਥੋੜੀ ਜਿਹੀ ਇਨਕੁਆਇਰੀ ਕੀਤੀ ਸੀ ਇਹਦੇ ਬਾਰੇ, ਤੇ ਉਹ ਵੈਕੈਂਸੀਜ਼ ਖਾਲੀ ਨੇ, ਸਰਕਾਰ ਨੇ ਵੈਕੈਂਸੀਆਂ ਓਪਨ ਕੀਤੀਆਂ ਨੇ ਪਰ ਕੋਈ ਡਾਕਟਰ ਉਹਦੇ ਲਈ ਅਪਲਾਈ ਨਹੀਂ ਕਰ ਰਹੇ, ਇਹਦਾ ਕੀ ਕਾਰਨ ਹੈ? ਇਹਦਾ ਦੇਖੋ ਥੀਸ ਆਰ ਇੰਡੀਵਿਜੂਅਲ ਰੀਜ਼ਨਸ। ਐਜ ਏ ਟ੍ਰੈਂਡ ਹੈ ਜਿਹੜਾ ਚੱਲ ਰਿਹਾ, ਜੋ ਅੱਜ ਤੋਂ 20-30 ਸਾਲ ਪਹਿਲਾਂ ਹੁੰਦਾ ਸੀ, ਪੀਪਲ ਯੂਜ਼ ਟੂ ਲਾਈਕ ਦੀ ਜੌਬ ਲਾਈਕ ਐਨੀਥਿੰਗ। ਹੁਣ ਥੋੜ੍ਹਾ ਜਿਹਾ ਦੇਖਿਆ ਗਿਆ ਵੀ ਜੋ ਸਪੈਸ਼ਲਾਈਜ਼ਡ ਸਾਇੰਸ ਐਂਡ ਟੈਕਨੋਲੋਜੀ ਦੇ ਜਿਹੜਾ ਐਡਵਾਂਸਮੈਂਟ ਦੇ ਨਾਲ ਜਿਹੜਾ ਸਿਨੈਰੀਓ ਸਾਰਾ ਚੇਂਜ ਹੁੰਦਾ ਜਾ ਰਿਹਾ ਹੈ, ਤੇ ਸਪੈਸ਼ਲਿਸਟਾਂ ਦਾ ਨੰਬਰ ਵੀ ਵੱਧ ਗਿਆ, ਕਾਰਪੋਰੇਟ ਹਸਪੀਟਲ ਵੀ ਬਹੁਤ ਹੋ ਗਏ ਨੇ, ਤੇ ਉਹਦੇ 'ਚ ਦੇਖਿਆ ਵੀ ਜਿਹੜੇ ਨਵੇਂ ਸਪੈਸ਼ਲਿਸਟ ਨੇ ਕਾਰਪੋਰੇਟ ਹਸਪੀਟਲ ਜੁਆਇਨ ਕਰਨਾ ਕਈ ਵਾਰ ਜ਼ਿਆਦਾ ਪਸੰਦ ਕਰਦੇ ਆ। ਤੁਸੀਂ ਇਹ ਕਹਿਣਾ ਚਾਹੋਗੇ ਕਿ ਉਹ ਸਰਕਾਰੀ ਜਿਹੜੀ ਆਪਾਂ ਨੌਕਰੀ ਘੱਟ ਪੈਸੇ ਹੋਣ ਦੇ ਕਾਰਨ ਉਹ ਨਹੀਂ ਕਰ ਦਿਸ ਮੇ ਬੀ ਵਨ ਆਫ ਦੀ ਰੀਜ਼ਨਸ, ਕਿਉਂਕਿ ਸੇਵਾ ਭਾਵਨਾ ਤਾਂ ਘਟ ਗਈ ਹੈ, ਪੈਸਿਆਂ ਦੇ ਵੱਲ ਨੂੰ ਡਾਕਟਰਾਂ ਦਾ ਰੁਝਾਨ ਥੋੜਾ ਜਿਹਾ ਜ਼ਿਆਦਾ ਵੱਧ ਗਿਆ। ਨਹੀਂ, ਇਹ ਨਹੀਂ ਹੁੰਦਾ ਵੀ ਦੇਖੋ, ਇਹ ਵੀ ਮਿਨੀਮਮ ਜਿਹੜਾ ਹੈਗਾ ਪੈਸਾ ਹੈ ਜਿਹੜਾ ਜੌਬ ਸੈਟਿਸਫੈਕਸ਼ਨ ਤਾਂ ਨਹੀਂ ਕ੍ਰੀਏਟ ਕਰਦਾ, ਡਿਸਸੈਟਿਸਫੈਕਸ਼ਨ ਜ਼ਰੂਰ ਕ੍ਰੀਏਟ ਕਰ ਦਿੰਦਾ। ਸੋ ਮਿਨੀਮਮ ਐਮੋਲੂਮੈਂਟਸ ਹੈ, ਗਵਰਨਮੈਂਟ ਨੇ ਆਪਣੇ ਰੂਲ ਨਾਲ ਚੱਲਣਾ, ਪੇ ਕਮਿਸ਼ਨ ਦੇ ਹਿਸਾਬ ਨਾਲ ਪੇ ਮਿਲਣੀਆਂ ਨੂੰ, ਉਹਨਾਂ ਨੂੰ ਚੇਂਜ ਕਰਨ ਨੂੰ ਟਾਈਮ ਲੱਗ ਜਾਂਦਾ ਹੈ, ਉਹ ਇਮੀਡੀਏਟਲੀ ਚੇਂਜ ਨਹੀਂ ਕੀਤੇ ਜਾ ਸਕਦੇ ਹੈਗੇ। ਟਾਈਮ ਟੂ ਟਾਈਮ ਗਵਰਨਮੈਂਟ ਇਜ਼ ਟਰਾਈਂਗ ਇਟਸ ਬੈਸਟ। ਸਾਰੇ ਐਨਐਚਐਮ ਦੇ ਥਰੂ ਭਰਨ ਦੀ ਕੋਸ਼ਿਸ਼ ਕਰਦੀ ਹੈ ਪੋਸਟਾਂ, ਕੰਟਰੈਕਟ ਦੇ ਬੇਸਿਸ ਤੇ ਭਰਨ ਦੀ ਕੋਸ਼ਿਸ਼ ਕਰਦੇ, ਗਵਰਨਮੈਂਟ ਵੱਲੋਂ ਆਪਣੀ ਪੂਰੀ ਕੋਸ਼ਿਸ਼ ਹੈ ਤਾਂ ਕਿ ਲੋਕਾਂ ਨੂੰ ਜਿਹੜੇ ਕਲਾਸ 4th ਦੇ ਆਪਾਂ ਗੱਲ ਕਰ ਲਈਏ ਜਾਂ ਜਿਹੜੇ ਸਹਾਇਕ ਨੇ ਉਹਨਾਂ ਦੀ ਗੱਲ ਕਰ ਲਈਏ, ਉਹ ਤਾਂ ਸਾਰੇ ਠੇਕੇ ਦੀ ਭਰਤੀ ਕੀਤੇ ਗਏ ਨੇ, ਜਾਂ ਉਹ ਕਿੰਨੇ ਨੇ, ਜਾਂ ਉਹਨਾਂ ਦੀ ਲੋੜ ਕਿੰਨੀ ਹੈ? ਨੀਅਰ ਅਬਾਊਟ 40 ਪੋਸਟਾਂ ਹੈ ਤੇ 50% ਵੇਕੈਂਟ ਹੈਗੀਆਂ ਨੇ, ਤੇ ਉਹਨੂੰ ਟੂ ਸਟਾਪ ਗੈਪ ਮੈਨੇਜਮੈਂਟ ਜਿਹਨੂੰ ਆਪਾਂ ਕਹੀਏ, ਤੇ ਚਲਾਉਣ ਵਾਸਤੇ ਮੇਰੇ ਆਉਣ ਤੋਂ ਪਹਿਲਾਂ ਹੀ ਭਰਤੀ ਕੀਤੀ ਹੋਈ ਹੈ। ਤੇ ਉਹ ਪਾਰਟ ਟਾਈਮ ਬੇਸਿਸ ਤੇ ਕੁਝ ਘੰਟਿਆਂ ਦੇ ਆਧਾਰ ਤੇ ਨੀਅਰ ਅਬਾਊਟ ਉਹਨਾਂ ਨੂੰ ਅਸੀਂ 4000 ਦੇ ਕਰੀਬ ਦਿੰਦੇ ਹਾਂ, ਬਹੁਤ ਸਸਤੇ ਤੇ ਲੱਗੇ ਹੋਏ ਨੇ। ਸੋ ਉਹਨਾਂ ਨੂੰ ਐ ਵੀ ਅਸੀਂ ਗਵਰਨਮੈਂਟ ਜੋਬ ਕਰ ਰਹੇ ਹਾਂ, ਲੋਕ ਗਵਰਨਮੈਂਟ ਜੋਬ ਪਸੰਦ ਕਰਦੇ ਆ, ਉਹ ਘੱਟ 'ਚ ਵੀ ਕੰਮ ਕਰੀ ਜਾ ਰਹੇ ਨੇ। ਅਸੀਂ ਘੰਟਿਆਂ ਦੇ ਬੇਸ ਤੇ ਦਿੰਦੇ ਆ ਉਹਨਾਂ ਨੂੰ ਜਿਹੜਾ ਪੈਸਾ ਹੈਗਾ। ਜੇ ਉਹ ਆਪਣੀ ਮਰਜ਼ੀ ਨਾਲ ਕੋਈ ਘੰਟਾ ਫालतू ਲਾਉਂਦਾ ਹੈਗਾ ਤਾਂ ਉਹਦੀ ਆਪਣੀ ਗੁੱਡਵਿਲ ਹੈਗੀ, ਸਾਡੀ ਕੰਪਲਸ਼ਨ ਕੋਈ ਨਹੀਂ ਹੈਗੀ। ਪਰ 4000 ਤਾਂ ਮੇਰੇ ਖਿਆਲ ਨਾਲ ਕਿ ਡੇਲੀ ਵੇਜ ਦੇ ਅਨੁਸਾਰ ਵੀ ਉਹ ਪੂਰੇ ਨਹੀਂ ਹੁੰਦੇ ਹੋਣੇ। ਪਰ ਦੈਟਸ ਵਾਈ ਮਿਨੀਮਮ ਸਰਕਾਰ ਨੇ ਇੱਕ ਸੈੱਟ ਕੀਤਾ, ਫਿਰ ਉਹਨੂੰ ਇੱਕ ਸਾਡੀ ਟੈਕਨੀਕਲ ਇਹਨਾਂ ਨੇ ਜੋ ਮੈਂ ਵਰਕਆਊਟ ਕੀਤੀ ਆ ਕੇ ਦੇਖੀ ਚੀਜ਼ ਵੀ ਉਦੋਂ ਅਸੀਂ ਪੂਰਾ ਕੰਮ ਨਹੀਂ ਹੈ, ਅਸੀਂ ਕਾਗਜ਼ਾਂ 'ਚ ਘੰਟਿਆਂ ਦੇ ਆਧਾਰ ਤੇ ਹੀ ਲੈਂਦੇ ਆ। ਪਾਰਟ ਟਾਈਮ ਵਰਕਰ ਉਹਨਾਂ ਨੂੰ ਡਿਕਲੇਅਰ ਕੀਤਾ, ਕਿਉਂਕਿ ਇਸ ਤਰ੍ਹਾਂ ਰੱਖੇ ਵੀ ਨਹੀਂ ਨਾ ਜਾ ਸਕਦੇ ਹੈਗੇ। ਜਿਹੜੇ ਰੈਗੂਲਰ ਇੰਪਲਾਈ ਹੈ ਦੇ ਆਰ ਟੂ ਬੀ ਅਪਾਇੰਟਡ ਬਾਈ ਦੀ ਗਵਰਨਮੈਂਟ, ਉੱਪਰੋਂ ਅਪਾਇੰਟ ਹੁੰਦੇ ਨੇ, ਸਾਡੇ ਕੋਲ ਲੱਗ ਕੇ ਹੀ ਆਉਂਦੇ ਨੇ। ਜਿਹੜਾ ਅਸੀਂ ਤਾਂ ਕੰਮ ਚਲਾਉਣ ਵਾਸਤੇ, ਕਿਉਂਕਿ ਹਸਪਤਾਲ ਬਹੁਤ ਵੱਡਾ, ਦੇਖੋ ਹੁਣ MCH ਸੈਂਟਰ ਹੈ, ਟਰਾਮਾ ਸੈਂਟਰ ਅਲੱਗ ਹੈ, ਮੇਲ ਵਾਰਡ ਹੈ, ਫੀਮੇਲ ਵਾਰਡ ਹੈ, ਐਮਰਜੈਂਸੀ ਵਿੰਗ ਹੈ, ਇਹ 24/7 ਚੱਲਦੇ ਨੇ। 3 ਸ਼ਿਫਟਾਂ 'ਚ ਕਲਾਸ 4 ਕੰਮ ਕਰਦੇ ਨੇ ਇੱਥੇ, 3 ਸ਼ਿਫਟਾਂ 'ਚ ਕਲਾਸ 4 ਕੰਮ ਕਰਦੇ ਨੇ। ਤਾਂ ਇਹ ਤਾਂ ਚਲਾਉਣਾ ਬੜਾ ਦਿੱਕਤ ਆ ਜੂ ਜੇ ਇਹਨਾਂ ਨੂੰ ਆਪਾਂ ਨਾ ਰੱਖੀਏ। ਜਿਵੇਂ ਐਕਸ-ਰੇ ਹੋ ਗਿਆ, ਸਕੈਨਸ ਹੋ ਗਈਆਂ, ਜਿਹੜੇ ਵੱਡੇ ਮਹਿੰਗੇ ਆਪਣੇ ਟੈਸਟ ਲਿਖ ਦਿੱਤੇ ਜਾਂਦੇ ਨੇ, ਕੀ ਸਰਕਾਰ ਨੂੰ ਉਹ ਸਰਕਾਰੀ ਹਸਪਤਾਲ ਦੇ ਵਿੱਚ ਨਹੀਂ ਦਿੱਤੇ ਜਾਣੇ ਚਾਹੀਦੇ? ਸਰਕਾਰ ਵੱਲੋਂ ਪ੍ਰੋਵਾਈਡ ਨਹੀਂ, ਗਵਰਨਮੈਂਟ ਇਜ਼ ਟਰਾਈਂਗ ਇਟਸ ਬੈਸਟ। ਅਸੀਂ ਦਿੰਦੇ ਹਾਂ ਜਿਹੜੇ ਵਟਸਐਵਰ ਟੈਸਟ ਇਜ਼ ਅਵੇਲੇਬਲ ਹੀਅਰ, ਵੀ ਆਰ ਪਰਫਾਰਮਿੰਗ ਫॉर ਇਨਸਾਈਡ। ਸਾਡੇ ਅਲਟਰਾਸਾਊਂਡ ਹੈ ਵੀ ਗਵਰਨਮੈਂਟ ਨੇ ਜਿਹੜੇ ਪਲੇਨ MBBS ਡਾਕਟਰ ਸੀਗੇ, ਸਪੈਸ਼ਲਿਸਟਾਂ ਦੀ ਸ਼ਾਰਟੇਜ ਸੀਗੀ, ਜਿਵੇਂ ਆਪਾਂ ਪਹਿਲਾਂ ਤੁਸੀਂ ਗੱਲ ਕੀਤੀ ਹੈਗੀ, ਰੇਡੀਓਲੋਜਿਸਟਾਂ ਦੀ ਸ਼ਾਰਟੇਜ ਹੈਗੀ ਹੈ, ਤੇ ਉਹ ਗਵਰਨਮੈਂਟ ਨੇ ਉਹਨਾਂ ਨੂੰ 6-6 ਮਹੀਨੇ ਦੀ ਟ੍ਰੇਨਿੰਗ ਦੇ ਕੇ ਸਪੈਸ਼ਲੀ ਫਾਰ ਐਂਟੀਨੇਟਲ ਕੇਸਿਸ, ਤੇ ਉਹ ਅਲਟਰਾਸੋਨੋਗ੍ਰਾਫੀ ਸ਼ੁਰੂ ਕਰਤੀ ਹੈ ਫਾਰ ਫੀਟਲ ਵੈਲਬੀਂਗ, ਐਂਡ ਇਟਸ ਬੀਇੰਗ ਡਨ ਇਨ ਖੰਨਾ। ਸਾਡੇ ਇੱਕ ਹੋਰ ਡਾਕਟਰ ਰਵਿੰਦਰ ਹੈ, ਉਹਨਾਂ ਦੀ ਵੀ ਟ੍ਰੇਨਿੰਗ ਕੰਪਲੀਟ ਹੋ ਗਈ ਹੈ। ਸਾਡੇ ਕੋਲ 2 ਸੋਨੋਲੋਜਿਸਟ ਹੈਗੇ ਨੇ, ਤੇ ਵੀ ਹੈਵ ਗੋਟ 2 ਪੈਥੋਲੋਜਿਸਟ। ਸਾਰੇ ਟੈਸਟ ਹੁੰਦੇ ਨੇ ਜਿਹੜੇ ਇੱਥੋਂ ਹੁੰਦੇ ਨੇ। ਪੇਸ਼ੈਂਟ ਕੋਈ ਆਪਣੀ ਮਰਜ਼ੀ ਨਾਲ ਬਾਹਰੋਂ ਕਰਾ ਲਏ ਤਾਂ ਦੈਟ ਇਜ਼ ਡਿਫਰੈਂਟ ਇਸ਼ੂ। ਮਤਲਬ ਅਸੀਂ ਆਪਣੀ ਜਿਹੜੀਆਂ ਲਗਭਗ ਜਿੰਨੀਆਂ ਕੰਮ ਚਲਾਉਣ ਵਾਸਤੇ ਚਾਹੀਦੀਆਂ ਹੁੰਦੀਆਂ ਸਾਡੇ ਕੋਲ ਹੈਗੀਆਂ ਸਰਕਾਰ ਦੇ। CT ਸਕੈਨ ਵੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਇਟਸ ਗੋਇੰਗ ਟੂ ਬੀ ਇੰਸਟਾਲਡ ਸ਼ਾਰਟਲੀ। ਇਹਦੀਆਂ ਸਾਰੀਆਂ ਫਾਰਮੈਲਿਟੀਜ਼ ਕੰਪਲੀਟ ਹੋ ਚੁੱਕੀਆਂ ਨੇ। ਬਿਲਡਿੰਗ ਦਾ ਥੋੜਾ ਜਿਹਾ ਕੰਮ ਹੈਗਾ, ਸਿਵਲ ਵਰਕ ਹੈਗਾ, ਉਹ ਕੰਪਲੀਟ ਹੋ ਜਾਊਗਾ। ਇਟ ਵਿਲ ਸਟਾਰਟ ਆਈ ਥਿੰਕ ਸੂਨ।
ਬੜੀ ਜਲਦੀ ਸੀਟੀ ਸਕੈਨ ਬਹੁਤ ਘੱਟ ਰੇਟ ਤੇ ਮੇਰਾ ਖਿਆਲ ਹੈ, ਬਹੁਤ ਜਿਹੜੇ ਮਾਰਕੀਟ ਪ੍ਰਾਈਸ ਤੋਂ ਅੱਧੇ ਰੇਟ ਤੇ ਲਗਭਗ ਕੀਤਾ ਜਾਊਗਾ। ਐਂਡ ਕਲੈਕਸ਼ਨ ਸੈਂਟਰ ਇਜ਼ ਆਲਸੋ ਇਨ ਦੀ ਪਾਈਪਲਾਈਨ, ਜਿਵੇਂ ਥਾਇਰਾਇਡ ਹੈਗਾ 600 ਦਾ ਹੁੰਦਾ, ਕਿਤੇ 500 ਦਾ ਹੁੰਦਾ, 400 ਦਾ ਹੁੰਦਾ। ਸੋ ਆਈ ਥਿੰਕ ਇਟ ਵੁੱਡ ਬੀ ਲੈਸ ਦੈਨ 100 ਕਲੈਕਸ਼ਨ ਇੱਥੋਂ ਕਰਕੇ ਉਹ ਉੱਪਰ ਭੇਜਣਗੇ ਕਿਤੇ ਹੋਰ ਸੈਂਟਰ ਦੇ ਵਿੱਚ। ਉਹ ਵੀ ਸਾਡਾ ਪਬਲਿਕ ਪ੍ਰਾਈਵੇਟ ਜਿਹੜਾ ਪਾਰਟਨਰਸ਼ਿਪ ਦਾ ਪ੍ਰੋਜੈਕਟ ਹੈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਐਗਜ਼ੀਕਿਊਟ ਕਰ ਲਿੱਤਾ ਗਿਆ ਹੈ। ਤਾਂ ਖੰਨਾ ਵਿੱਚ ਸਿਵਲ ਹਸਪੀਟਲ ਦੇ ਮਰੀਜ਼ਾਂ ਨਾਲ ਵੀ ਅਸੀਂ ਗੱਲਬਾਤ ਕੀਤੀ, ਲੋਕਾਂ ਨਾਲ ਜਿਹੜੀ ਹੈਗੀ ਹੈ ਗੱਲਬਾਤ ਕੀਤੀ ਕਿ ਕਿੱਦਾਂ ਦਾ ਜਿਹੜਾ ਹੈਗਾ ਹੈਲਥ ਸਿਸਟਮ ਹੋਣਾ ਚਾਹੀਦਾ। ਇਸ ਤੋਂ ਇਲਾਵਾ SMO ਸਾਹਿਬ ਨਾਲ ਵੀ ਅਸੀਂ ਜਿਹੜੀ ਹੈ ਗੱਲਬਾਤ ਕੀਤੀ। ਤਾਂ ਇਹ 'ਤੇ ਜ਼ਰੂਰਤ ਹੈ ਪੰਜਾਬ ਸਰਕਾਰ ਨੂੰ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਜਿਹੜੇ ਹੈਗੀ ਹੈ ਭਰਤੀਆਂ ਕੀਤੇ ਜਾਣ, ਤਾਂ ਜੋ ਪ੍ਰਾਈਵੇਟ ਹਸਪਤਾਲਾਂ ਵੱਲ ਲੋਕਾਂ ਦੀ ਜਿਹੜੀ ਹੈ ਲੁੱਟ ਖਸੁੱਟ ਨਾ ਹੋ ਸਕੇ। ਕੈਮਰਾਮੈਨ ਦਲਵੀਰ ਪੰਦੇਰ ਦੇ ਨਾਲ ਲਖਵਿੰਦਰ ਲੱਕੀ, ਫਾਸਟਵੇ ਨਿਊਜ਼ ਖੰਨਾ।